ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰੀ ਗੁਰੂ ਸਵਾਰੀ ਗੁਰਸਾਧ ਸੰਗਤ ਜੀਓ, ਇਹ ਮਨੁੱਖ ਦਾ ਜਾਮਾ ਜਿਹੜਾ ਹੈ ਇਹ ਇਸ ਮਾਤ ਲੋਕ ਦੇ ਵਿੱਚ ਪਰਮਾਤਮਾ ਨੇ ਇਸ ਵਾਸਤੇ ਭੇਜਿਆ ਹੈ ਕਿ ਤੂੰ ਇਸ ਜਾਮੇ ਦੇ ਵਿੱਚ ਰਹਿ ਕੇ ਜੋ ਮੇਰੀ ਰੂਹ ਹੈ, ਤੂੰ ਮੇਰਾ ਨਾਮ ਸਿਮਰਨ ਕਰ, ਮੈਨੂੰ ਚੇਤੇ ਕਰ, ਮੈਨੂੰ ਆਵਾਜ਼ਾਂ ਮਾਰ। ਔਰ ਜਦੋਂ ਤੇਰੀ ਇਹ ਤਾਂਘ ਜਿਹੜੀ ਹੈ ਤੀਬਰਤਾ ਦੇ ਵਿੱਚ ਮੈਨੂੰ ਆਵਾਜ਼ਾਂ ਮਾਰੇਗੀ, ਉਦੋਂ ਮੈਂ ਤੈਨੂੰ ਆਪਣੇ ਆਪ ਮਿਲ ਜਾਵਾਂਗਾ। ਤੈਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਹੋ ਜਾਣਗੇ। ਮੈਂ ਤੈਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਤੇਰੇ ਮੱਥੇ ਦੇ ਉੱਤੇ ਆਪਣਾ ਨਿਸ਼ਾਨ ਲਾ ਦੇਵਾਂਗਾ। ਮੈਂ ਤੈਨੂੰ ਸਭ ਬਖਸ਼ਾਂ ਦੀ ਪ੍ਰਾਪਤੀ ਦੇ ਦੇਵਾਂਗਾ। ਮੈਂ ਤੈਨੂੰ ਸਾਰੇ ਭੰਡਾਰਿਆਂ ਦਾ ਮਾਲਕ ਬਣਾ ਦੇਵਾਂਗਾ। ਮੈਂ ਤੈਨੂੰ ਸਾਰੀ ਸੰਸਾਰ ਦੀ ਜਿਹੜੀ ਕੁੱਲ ਸ੍ਰਿਸ਼ਟੀ ਹੈ ਉਸ ਦੇ ਵਿੱਚ ਜਿੰਨੇ ਵੀ ਜੀਵ ਵਸਦੇ ਹੈ, ਉਸ ਤੋਂ ਇਲਾਵਾ ਤਿੰਨਾਂ ਲੋਕਾਂ ਦੇ ਵਿੱਚ, ਆਕਾਸ਼ ਲੋਕ ਦੇ ਵਿੱਚ ਔਰ ਪਤਾਲ ਲੋਕ ਦੇ ਵਿੱਚ ਵੀ ਜਿੰਨੇ ਲੋਕ ਦੇਵੀ ਦੇਵਤੇ ਵਸਦੇ ਹੈ, ਉਹ ਵੀ ਤੇਰੇ ਚਾਕਰ ਹੋ ਜਾਣਗੇ, ਤੈਨੂੰ ਨਮਸਕਾਰਾਂ ਕਰਨਗੇ। ਤੋ ਸਾਧ ਸੰਗਤ ਜੀ, ਇਸ ਸਵਾਰਥ ਨੂੰ ਲੈ ਕੇ, ਇਹ ਰੂਹ ਸਵਾਰਥੀ ਹੈ ਇਸ ਦਾ ਕਿ ਇਹ ਪਰਮ ਪਿਤਾ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ। ਇਹ ਸਭ ਤੋਂ ਵੱਡਾ ਸਵਾਰਥ ਹੈ। ਸਵਾਰਥ ਛੋਟੇ ਹੁੰਦੇ ਆ, ਕੋਈ ਫਲਾਨੀ ਚੀਜ਼ ਚਾਹੀਦੀ ਹੈ, ਫਲਾਨੇ ਪਦਾਰਥ ਚਾਹੀਦੇ ਆ, ਘਰ ਚਾਹੀਦਾ, ਪੁੱਤ ਚਾਹੀਦਾ, ਧੀ ਚਾਹੀਦੀ ਹੈ, ਦੁੱਧ ਚਾਹੀਦੀ ਹੈ, ਮਾਇਆ ਚਾਹੀਦੀ ਹੈ। ਇਹ ਛੋਟੇ ਸਵਾਰਥ ਹੈ। ਔਰ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਵੱਡਾ ਸਵਾਰਥ ਇਸ ਰੂਹ ਦਾ ਹੈ। ਔਰ ਕੁਛ ਰੂਹਾਂ ਇਸ ਸਵਾਰਥ ਦੇ ਵਿੱਚ ਕਾਮਯਾਬ ਹੋ ਜਾਂਦੀਆਂ। ਤੋ ਸਾਧ ਸੰਗਤ ਜੀ, ਪਰਮ ਪਿਤਾ ਪਰਮਾਤਮਾ ਨੇ ਇਹ ਵਿਧਾਨ ਬਣਾਇਆ ਹੋਇਆ ਕਿ ਜੋ ਰੂਹ ਮੇਰੇ ਨਾਲ ਜੁੜ ਗਈ, ਜਿਸ ਰੂਹ ਨੇ ਮੇਰੀ ਜੋਤ ਦੇ ਵਿੱਚ ਆਪਣੀ ਜੋਤ ਅਭੇਦ ਕਰ ਲਈ, ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਉਹ ਨਾਮ ਸਿਮਰਨ ਕਰੇਗੀ, ਨਾਮ ਸਿਮਰਨ ਦੇ ਸਦਕਾ, ਸੱਚ ਕਰਮ ਦੇ ਸਦਕਾ, ਚੰਗੇ ਆਚਰਨ ਦੇ ਸਦਕਾ, ਉਹ ਜੀਵ ਦੀ ਰੂਹ ਜਿਹੜੀ ਹੈ, ਉਹ ਜੀਵ ਜਿਹੜਾ ਹੈ, ਉਹ ਪਰਮ ਪਿਤਾ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤਰ ਪਹੁੰਚ ਜਾਏਗਾ ਔਰ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਕਰੇਗਾ। ਪਰਮ ਪਿਤਾ ਪਰਮਾਤਮਾ ਦੇ ਵਿੱਚ ਚਾਹਵੇ ਤਾਂ ਅਭੇਦ ਵੀ ਹੋ ਜਾਵੇ। ਪਰਮ ਪਿਤਾ ਪਰਮਾਤਮਾ ਚਾਹਵੇ ਤਾਂ ਉਸ ਨੂੰ ਅਗਲਾ ਮਾਤਲੋਕ ਦੇ ਵਿੱਚ ਭੇਜ ਕੇ ਅਗਲਾ ਕਿਰਿਆ ਕਰਨ ਦਾ ਆਦੇਸ਼ ਵੀ ਦੇ ਸਕਦਾ ਹੈ। ਔਰ ਪਰਮ ਪਿਤਾ ਪਰਮਾਤਮਾ ਚਾਹਵੇ ਤੇ ਉਸ ਨੂੰ ਆਪਣੀ ਜੋਤ ਦੇ ਵਿੱਚ ਅਭੇਦ ਕਰ ਲੈਂਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਉਸ ਜੋਤ ਦਾ, ਉਸ ਰੂਹ ਦਾ ਜੋ 84 ਲੱਖ ਜੂਨੀਆਂ ਦਾ ਆਵਾਗਮਨ ਜਿਹੜਾ ਹੁੰਦਾ ਹੈ, ਜਿਸ ਨੂੰ ਅਸੀਂ ਜੰਮਣਾ ਮਰਨਾ, ਜੂਨੀਆਂ ਦਾ 84 ਲੱਖ ਜੂਨੀਆਂ ਦੇ ਵਿੱਚ ਜੰਮਣਾ ਮਰਨਾ ਜਿਹੜਾ ਹੈ, ਜਿਸ ਨੂੰ ਅਸੀਂ ਨਰਕ ਦਾ ਭੋਗ ਵੀ ਕਹਿੰਦੇ ਹਾਂ, ਦੁੱਖਾਂ ਦਾ ਭੋਗ ਵੀ ਕਹਿੰਦੇ ਹਾਂ, ਉਸ ਦਾ ਛੁਟਕਾਰਾ ਹੋ ਜਾਂਦਾ। ਔਰ ਉਹ ਰੂਹ ਜਿਹੜੀ ਹੈ ਸੱਚਖੰਡ ਦੇ ਦੁਆਰੇ ਦੇ ਉੱਤੇ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਪਰਮਾਤਮਾ ਦੇ ਦਰਸ਼ਦਾਰੇ ਕਰਦੀ ਹੈ, ਜਾਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ। ਤਾਂ ਸਾਧ ਸੰਗਤ ਜੀ, ਦਾਸ ਇਹ ਅਨੁਭਵ ਨੂੰ ਆਪ ਜੀ ਦੇ ਨਾਲ ਵੀ ਸਾਂਝਾ ਕਰਨਾ ਚਾਹੁੰਦਾ ਕਿ ਦਾਸ ਨੂੰ ਕਿਸ ਤਰ੍ਹਾਂ ਦੀ ਅਵਸਥਾ ਦੇ ਵਿੱਚੋਂ ਨਿਕਲਣਾ ਪਿਆ, ਕਿਸ ਤਰ੍ਹਾਂ ਦੀ ਅਵਸਥਾ ਦੇ ਵਿੱਚੋਂ ਉਹ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋਈ। ਔਰ ਜਦੋਂ ਦਾਸ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨਾਲ, ਤਾਂ ਬਹੁਤ ਪਹਿਲਾਂ ਦਾ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਦਾਸ ਜੁੜਿਆ ਹੋਇਆ ਸੀ, ਪਰ ਮਹਾਂਪੁਰਸ਼ਾਂ ਦੀ ਕਿਰਪਾ, ਮਸਤੂਆਣਾ ਸਾਹਿਬ ਧੰਨ ਧੰਨ ਬਾਬਾ ਅਤਰ ਸਿੰਘ ਜੀ ਦੀ ਗੱਦੀ ਦੇ ਉੱਪਰ ਬਿਰਾਜਮਾਨ ਬਾਬਾ ਲਾਲ ਸਿੰਘ ਜੀ ਮਹਾਰਾਜ
ਸੰਤ ਬਾਬਾ ਲਾਲ ਸਿੰਘ ਜੀ ਔਰ ਸੰਤ ਬਾਬਾ ਅਤਰ ਸਿੰਘ ਜੀ ਦੀ ਕਿਰਪਾ ਦੁਆਰਾ ਦਾਸ ਨੂੰ ਇੰਨੀ ਬਖਸ਼ਿਸ਼ ਪ੍ਰਾਪਤ ਹੋਈ ਕਿ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਬਹੁਤ ਜਲਦੀ ਹੋ ਗਏ। ਜਿਹੜੇ ਪਰਮਪਿਤਾ ਪਰਮਾਤਮਾ ਦੇ ਲੋਕ ਦਰਸ਼ਦਾਰੇ ਜਿਹੜੇ ਹੈ 50-50 ਸਾਲ ਦੀ ਭਗਤੀ ਕਰਕੇ ਵੀ ਪ੍ਰਾਪਤ ਨਹੀਂ ਕਰ ਸਕਦੇ, ਔਰ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਦਾਸ ਨੂੰ ਉਹ ਇੱਕ ਡੇ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਪਰਮਾਤਮਾ ਦੀ ਪ੍ਰਾਪਤੀ ਹੋ ਗਈ ਔਰ ਅਨਹਦ ਧੁਨ ਜਿਹੜੀ ਹੈ ਦਾਸ ਦੇ ਨਿੱਜ ਘਰ ਦੇ ਵਿੱਚ 10ਵੇਂ ਦੁਆਰੇ ਦੇ ਵਿੱਚ ਵੱਜਣੀ ਸ਼ੁਰੂ ਹੋ ਗਈ ਔਰ ਲਗਾਤਾਰ ਇਹ ਧੁਨ ਜਿਹੜੀ ਹੈ ਤਕਰੀਬਨ 12-14 ਸਾਲ ਲਗਾਤਾਰ ਵੱਜਦੀ ਰਹੀ। ਔਰ ਉਸ ਤੋਂ ਬਾਅਦ ਇਹ ਧੁਨ ਜਿਹੜੀ ਹੈ ਸਹਿਜ ਧੁਨ ਦਾ ਰੂਪ ਧਾਰਨ ਕਰਕੇ ਅੱਜ ਅਵਸਥਾ ਦਾਸ ਦੀ ਇਹ ਹੈ ਕਿ ਦਾਸ ਨੂੰ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਜੋਤ ਸਰੂਪ, ਕਿਉਂਕਿ ਦਾਸ ਦਾ ਮਿਸ਼ਨ ਹੈ, ਦਾਸ ਨੇ ਭਗਤੀ ਹੀ ਪਰਮਾਤਮਾ ਦੀ ਇਸ ਵਾਸਤੇ ਕੀਤੀ ਹੈ ਕਿ ਉਸ ਨੂੰ ਜੋਤ ਸਰੂਪ ਪ੍ਰਕਾਸ਼ ਦੇ ਦਰਸ਼ਨ ਹੋਣ। ਦਾਸ ਨੇ ਹੋਰ ਕੋਈ ਦਰਸ਼ਨ ਨਹੀਂ ਮੰਗੇ ਗਏ। ਜੋ ਰੂਹ ਜੈਸਾ ਦਰਸ਼ਨ ਮੰਗਦੀ ਹੈ ਵੈਸਾ ਹੀ ਹੋ ਕੇ ਪਰਮਪਿਤਾ ਪਰਮਾਤਮਾ ਉਸ ਨੂੰ ਦਰਸ਼ਨ ਦਿੰਦਾ ਹੈ। ਇਸ ਕਰਕੇ ਦਾਸ ਦਾ ਮਿਸ਼ਨ ਸੀ ਵਾਹਿਗੁਰੂ ਜੋਤ ਪ੍ਰਤੱਖ ਦਰਸ਼ਨ, ਸੇਵਾ ਸਿਮਰਨ ਗੁਰਮਤਿ ਵਿਚਾਰ। ਇਸ ਤਰ੍ਹਾਂ ਦੇ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਿਆਂ ਹੋਇਆਂ ਦਾਸ ਨੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਮਤ ਦੇ ਅਨੁਸਾਰ ਉਸ ਪਰਮਪਿਤਾ ਪਰਮਾਤਮਾ ਦੀ ਜਦੋਂ ਭਗਤੀ ਕੀਤੀ ਤੇ ਪਰਮਪਿਤਾ ਪਰਮਾਤਮਾ ਦੀ ਕਿਰਪਾ ਹੋਈ ਕਿ ਸਭ ਤੋਂ ਪਹਿਲਾਂ ਅਨਹਦ ਧੁਨ ਵੱਜਣੀ ਸ਼ੁਰੂ ਹੋਈ ਦਾਸ ਦੇ। ਉਸ ਤੋਂ ਬਾਅਦ ਲਗਾਤਾਰ ਇਹ ਧੁਨ ਵੱਜਦੀ ਰਹੀ। ਉਸ ਤੋਂ ਬਾਅਦ ਸਹਿਜ ਧੁਨ, ਇਹੀ ਧੁਨ ਜਿਹੜੀ ਹੈ ਸਹਿਜ ਧੁਨ ਬਣ ਗਈ ਔਰ ਉਸ ਤੋਂ ਬਾਅਦ ਪਰਮਾਤਮਾ ਦੇ ਪ੍ਰਤੱਖ ਜੋਤ ਦੇ ਦਰਸ਼ਦਾਰੇ ਜਿਹੜੇ ਹੈ ਦਾਸ ਨੂੰ ਹੋਣ ਲੱਗ ਗਏ। ਉਹ ਸਾਧ ਸੰਗਤ ਜੀ ਅੱਜ ਦੀ ਅਵਸਥਾ ਦਾਸ ਦੀ ਇਹ ਹੈ ਕਿ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਪਰਮਪਿਤਾ ਪਰਮਾਤਮਾ ਆਪਣੇ ਸੇਵਕ ਨੂੰ, ਆਪਣੇ ਦਾਸ ਨੂੰ ਆਪਣੇ ਦਰਸ਼ਦਾਰੇ ਦਿਖਾ ਰਿਹਾ ਹੈ। ਇੱਥੋਂ ਤੱਕ ਦਾਸ ਦੀ ਅਵਸਥਾ ਹੈ। ਅੱਗੇ ਹਾਲੇ ਹੋਰ ਪਰਮਾਤਮਾ ਦਾ ਮਾਰਗ ਜਿਹੜਾ ਹੈ ਉਹ ਇਹ ਹੈ ਕਿ ਜਦੋਂ ਪੂਰਨ ਹੋਣਾ ਹੁੰਦਾ ਹੈ ਕਿਸੇ ਰੂਹ ਨੇ, ਪੂਰਨ ਉਦੋਂ ਹੁੰਦੀ ਹੈ ਜਦੋਂ ਉਹ ਪੂਰਨ ਪਰਮਪਿਤਾ ਪਰਮਾਤਮਾ ਦੀ ਆਰਾਧਨਾ ਕਰਦੀ ਹੋਈ, ਨਾਮ ਸਿਮਰਨ ਕਰਦੀ ਹੋਈ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠੀ ਹੋਈ ਵੀ ਪਰਮਪਿਤਾ ਪਰਮਾਤਮਾ ਉਸ ਦਾ ਚਾਕਰ ਹੋ ਜਾਂਦਾ ਹੈ। ਉਦੋਂ ਪਰਮਪਿਤਾ ਪਰਮਾਤਮਾ ਨੂੰ ਜੋ ਇਹ ਰੂਹ ਜਿਹੜੀ ਹੈ, ਭਗਤ ਰੂਹ ਜਿਹੜੀ ਹੈ, ਦਾਸ ਰੂਹ ਜਿਹੜੀ ਹੈ, ਜੇ ਕਿਤੇ ਜੋ ਜਿਵੇਂ ਧੰਨੇ ਨੂੰ ਚਾਕਰ ਹੋ ਕੇ ਪਰਮਾਤਮਾ ਨੇ ਦਰਸ਼ਦਾਰੇ ਦਿੱਤੇ, ਜਿਵੇਂ ਤਰਲੋਚਨ ਨੂੰ ਚਾਕਰ ਹੋ ਕੇ ਉਸ ਦੇ ਘਰ ਦੇ ਵਿੱਚ ਸੇਵਾ ਕੀਤੀ, ਜਿਵੇਂ ਕਬੀਰ ਜੀ ਨੂੰ ਪਰਮਪਿਤਾ ਪਰਮਾਤਮਾ ਨੇ ਉਸ ਦੀ ਆਵਾਜ਼ ਦੇ ਉੱਤੇ ਕਬੀਰ ਜੀ ਨੂੰ ਦਰਸ਼ਦਾਰੇ ਦਿੱਤੇ, ਜਿਵੇਂ ਨਾਮਦੇਵ ਜੀ ਨੂੰ ਉਸ ਦੀ ਆਵਾਜ਼ ਦੇ ਉੱਤੇ, ਉਸ ਨੂੰ ਬੁਲਾਵੇ ਦੇ ਉੱਤੇ ਨਾਮਦੇਵ ਦੀ ਰਕਸ਼ਾ ਵਾਸਤੇ ਗਊ ਜਵਾ ਕੇ ਪਰਮਪਿਤਾ ਪਰਮਾਤਮਾ ਨੇ ਦਰਸ਼ਦਾਰੇ ਨਾਮਦੇਵ ਨੂੰ ਦਿੱਤੇ। ਇਸ ਤਰ੍ਹਾਂ ਹੀ ਦਾਸ ਦੀ ਅਵਸਥਾ ਹੈ ਜਦੋਂ ਕਿ ਪੂਰਨਤਾ ਆ ਜਾਏਗੀ। ਫਿਲਹਾਲ ਪਰਮਾਤਮਾ ਦੇ ਜਿਹੜੇ ਦਰਸ਼ਦਾਰੇ ਹੈ ਉਹ ਜੋਤ ਸਰੂਪ ਹੋ ਰਹੇ ਹੈ, ਪਰ ਇਹ ਵੀ ਅੱਗੇ ਜਾ ਕੇ ਪਰਮਾਤਮਾ ਐਸੀ ਅਵਸਥਾ ਦੇ ਵਿੱਚ ਆ ਜਾਂਦਾ ਹੈ ਕਿ ਆਪਣੇ ਗੁਰਮੁਖ ਪਿਆਰੇ ਦਾ, ਆਪਣੇ ਦਾਸ ਦਾ, ਆਪਣੇ ਭਗਤ ਦਾ, ਆਪਣੇ ਖਾਲਸੇ ਦਾ ਪਰਮਪਿਤਾ ਪਰਮਾਤਮਾ ਚਾਕਰ ਹੋ ਜਾਂਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਇਸ ਸੰਸਾਰ ਦੇ ਵਿੱਚ ਹੀ ਸਾਨੂੰ ਸਮਝਾਇਆ ਕਿ ਆਪੇ ਗੁਰ ਚੇਲਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਚੇਲਿਆਂ ਦਾ ਚੇਲਾ ਹੋ ਗਿਆ ਸੀ, ਗੁਰੂ ਹੁੰਦਿਆਂ ਹੋਇਆਂ ਵੀ ਚੇਲਿਆਂ ਤੋਂ ਅੰਮ੍ਰਿਤ ਛਕਿਆ ਔਰ ਗੁਰੂ ਦੀ ਜਿਹੜੀ ਪਦਵੀ ਹੈ 5 ਪਿਆਰਿਆਂ ਨੂੰ ਬਖਸ਼ੀ। ਔਰ ਇਸ ਤਰ੍ਹਾਂ ਹੀ ਪਰਮਪਿਤਾ ਪਰਮਾਤਮਾ ਜਿਹੜਾ ਹੈ ਆਪਣੇ ਭਗਤ ਦੇ, ਆਪਣੇ ਸੇਵਕ ਦੇ, ਆਪਣੇ ਖਾਲਸੇ ਦੇ, ਆਪਣੇ ਗੁਰਮੁਖ ਦੀ ਸ਼ਰਨ ਹੋ ਕੇ ਗੁਰਮੁਖ ਤੋਂ ਹੀ ਆਪਣੇ ਅੰਮ੍ਰਿਤ ਦੀ
ਪ੍ਰਾਪਤੀ ਦੀ ਮੰਗ ਕਰਦਾ, ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਤੋਂ ਕੀਤੀ ਸੀ। ਇਸ ਤਰ੍ਹਾਂ ਹੀ ਪਰਮ ਪਿਤਾ ਪਰਮਾਤਮਾ ਵੀ ਚਾਕਰ ਹੋ ਕੇ ਆਪਣੇ ਗੁਰਮੁਖ ਪਿਆਰੇ ਦਾ ਸੇਵਾਦਾਰ ਹੋ ਜਾਂਦਾ ਹੈ, ਉਸ ਦੀ ਚਾਕਰੀ ਕਰਦਾ ਹੈ, ਉਸ ਦੇ ਹਰ ਕੰਮ ਕਰਦਾ ਹੈ। ਜਿਵੇਂ ਧੰਨੇ ਦੀਆਂ ਗਊਆਂ ਵੀ ਚਾਰੀਆਂ, ਧੰਨੇ ਦੇ ਫਸਲਾਂ ਨੂੰ ਪਾਣੀ ਵੀ ਲਾਇਆ, ਧੰਨੇ ਦੇ ਹਰਜ ਕਾਰਜ ਕੀਤੇ। ਹੋਰ ਭਗਤਾਂ ਦੇ ਵੀ, ਜਿਵੇਂ ਨਾਮਦੇਵ ਦੀ ਗਊ ਜਵਾਈ, ਨਾਮਦੇਵ ਦੀ ਛੱਪਰੀ ਵੀ ਬਣਾਈ। ਇਹ ਸਾਰੇ ਕਾਰਜ ਜਿਹੜੇ ਆ ਪਰਮਪਿਤਾ ਪਰਮਾਤਮਾ ਆਪਣੇ ਭਗਤਾਂ ਦੇ ਕਰਨੇ ਸ਼ੁਰੂ ਕਰ ਦਿੰਦਾ। ਇਸ ਤਰ੍ਹਾਂ ਦੇ ਨਾਲ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਪੂਰਨਤਾ ਵੱਲ ਅਗਰਸਰ ਹੁੰਦੀ ਹੈ, ਔਰ ਪੂਰਨਤਾ ਦੇ ਵਿੱਚ ਆ ਕੇ ਆਤਮਾ ਔਰ ਪਰਮਾਤਮਾ ਜਿਹੜਾ ਹੈ ਇਸ ਜੀਵਨ ਤੋਂ ਬਾਅਦ, ਇਸ ਸੰਸਾਰ ਦੀ ਯਾਤਰਾ ਤੋਂ ਬਾਅਦ ਸੱਚਖੰਡ ਦੇ ਦੁਆਰੇ ਦੇ ਉੱਤੇ ਜਾ ਕੇ ਕਵਲਿਆ ਮੋਕਸ਼ ਦੀ ਪ੍ਰਾਪਤੀ ਕਰਦੀ ਹੋਈ ਇਹ ਰੂਹ ਜਿਹੜੀ ਹੈ ਪਰਮਾਤਮਾ ਦੀ ਜੋਤ ਦੇ ਵਿੱਚ ਸਾਡੀ ਜੋਤ ਜਿਹੜੀ ਹੈ ਉਹ ਭੇਦ ਹੋ ਜਾਂਦੀ ਹੈ, ਮਿਲਣ ਹੋ ਜਾਂਦਾ ਹੈ। ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਦੇ ਨਾਲ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਣੀ। ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੋ ਪਾਣੀ। ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੋ ਪਾਣੀ। ਇਸ ਤਰ੍ਹਾਂ ਦੇ ਨਾਲ ਸਾਡੀ ਜੋਤ ਔਰ ਆਤਮਾ ਦੀ ਜੋਤ, ਪਰਮਾਤਮਾ ਦੀ ਜੋਤ ਔਰ ਆਤਮਾ ਦੀ ਜੋਤ ਜਿਹੜੀ ਹੈ ਉਸ ਦਾ ਮਿਲਨ ਹੋ ਜਾਂਦਾ ਹੈ। ਔਰ ਉਸ ਤੋਂ ਬਾਅਦ ਉਸ ਦਾ ਆਵਾਗਮਨ ਜਿਹੜਾ ਹੈ 84 ਲੱਖ ਜੂਨੀਆਂ ਦਾ ਜਿਹੜਾ ਚੱਕਰ ਹੈ ਉਹ ਕੱਟਿਆ ਜਾਂਦਾ। ਔਰ ਉਹ ਸੀਤ ਜੀਵਤ ਅਵਸਥਾ ਦੇ ਵਿੱਚ ਪਰਮਪਿਤਾ ਪਰਮਾਤਮਾ ਦੇ ਦੁਆਰੇ ਦੇ ਉੱਤੇ ਬਿਰਾਜਮਾਨ ਹੋ ਕੇ ਪਰਮਪਿਤਾ ਪਰਮਾਤਮਾ ਦੇ ਦਰਸ਼ਨ ਕਰਦੀ ਹੋਈ, ਜਾਂ ਪਰਮਪਿਤਾ ਪਰਮਾਤਮਾ ਦੀ ਜੋਤ ਦੇ ਵਿੱਚ ਅਭੇਦ ਹੁੰਦੀ ਹੋਈ, ਜਾਂ ਜੋ ਪਰਮਪਿਤਾ ਪਰਮਾਤਮਾ ਉਸ ਨੂੰ ਆਗਿਆ ਲਾਉਂਦਾ ਹੈ, ਇਸ ਤਰ੍ਹਾਂ ਦੇ ਨਾਲ ਉਹ ਸੰਸਾਰ ਦੇ ਵਿੱਚ ਆ ਕੇ ਆਪਣੇ ਪਰਮਾਤਮਾ ਦੇ ਨਾਮ ਦਾ, ਅੰਮ੍ਰਿਤ ਦਾ ਪ੍ਰਚਾਰ ਕਰਦੀ ਹੋਈ ਪਰਮਾਤਮਾ ਦੇ ਕਹੇ ਮੁਤਾਬਕ ਕਾਰਜ ਕਰਦੀ ਹੈ। ਇਸ ਤਰ੍ਹਾਂ ਦੇ ਨਾਲ ਇਹ ਸਾਡੀ ਰੂਹ ਦਾ ਜਿਹੜਾ ਹੈ ਮਿਲਣ ਹੈ ਪਰਮਾਤਮਾ ਨੂੰ। ਤੋਂ ਸਾਧ ਸੰਗਤ ਜੀ, ਦਾਸ ਨੂੰ ਵੀ ਇਹ ਬਖਸ਼ਾਂ ਪ੍ਰਾਪਤ ਹੈ। ਬੜੀ ਕਿਰਪਾ ਹੈ ਪਰਮਪਿਤਾ ਪਰਮਾਤਮਾ ਦੀ ਕਿ ਮੈਂ ਹਉਮੈ ਨਾ ਕਰਦਾ ਹੋਇਆ ਪਰਮਾਤਮਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਪ ਜੀ ਨੇ ਬੜੇ ਕਿਰਪਾ ਕੀਤੀ ਹੈ, ਦਾਸ ਨੂੰ ਆਪਣੇ ਦਰਸ਼ਦਾਰੇ ਬਖਸ਼ੇ ਆ। ਆਪ ਜੀ ਦੀ ਜੋਤ ਦੇ ਦਰਸ਼ਦਾਰੇ ਜਿਹੜੇ ਹੈ ਪ੍ਰਤੱਖ ਰੂਪ ਦੇ ਵਿੱਚ ਇਸ ਤਰ੍ਹਾਂ ਹੀ ਹੁੰਦੇ ਰਹਿਣ। ਦਾਸ ਦਾ ਮਿਸ਼ਨ ਹੈ ਵਾਹਿਗੁਰੂ ਜੋਤ ਪ੍ਰਤੱਖ ਦਰਸ਼ਨ, ਸੇਵਾ ਸਿਮਰਨ ਗੁਰਮਤਿ ਵਿਚਾਰ। ਸੰਗਤਾਂ ਇਹ ਵਿਚਾਰਾਂ ਨੂੰ ਸੁਣ ਕੇ ਔਰ ਉਹਨਾਂ ਵਿਚਾਰਾਂ 'ਤੇ ਅਮਲ ਕਰਕੇ ਔਰ ਉਹਨਾਂ ਵਿਚਾਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਇਸ ਤਰ੍ਹਾਂ ਨਾਲ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਵੀ ਕਰ ਸਕਦੀਆਂ। ਤੋਂ ਸਾਧ ਸੰਗਤ ਜੀ, क्षमा ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਲਈ ਮਾफ़ੀ। ਪਰਮਪਿਤਾ ਪਰਮਾਤਮਾ ਨੂੰ ਬੇਨਤੀ ਹੈ ਸੱਚੇ ਪਾਤਸ਼ਾਹ ਆਪਣੇ ਦਾਸ ਦੇ ਉੱਤੇ, ਆਪਣੇ ਸੇਵਕ ਦੇ ਉੱਤੇ ਹਮੇਸ਼ਾ ਹੀ ਕਿਰਪਾ ਬਣਾਈ ਰੱਖਣਾ। ਸੱਚੇ ਪਾਤਸ਼ਾਹ ਕਿਰਪਾ ਕਰਨੀ। ਸੱਚੇ ਪਾਤਸ਼ਾਹ ਸੇਵਕ ਨੂੰ ਆਪਣਾ ਬਣਾ ਕੇ ਆਪਣੇ ਗਲ ਨਾਲ ਲਾਈ ਰੱਖਣਾ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ, ਆਪਣੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ਣਾ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शेयर करें, सेव करें एंड कमेंट भी करें। आपकी बड़ी मेहरबानी होएगी। आपका एक लाइक हमारे लिए मोटिवेशन का काम करता है, तो आप लाइक सब्सक्राइब ज़रूर करें।